ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੱਚਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਚੱਲ ਰਹੇ ਜੁਲਾਈ ਟੈਸਟ, ਜਿਸ ਵਿੱਚ ਅਸੀਂ ਪਹਿਲੇ ਤੁਹਾਡੇ 9ਵੀਂ ਕਲਾਸ ਦੇ 3 ਲੈਸਨ ਜਿਹੜੇ ਕਿ ਅਸੀਂ ਕਰ ਚੁੱਕੇ ਹਾਂ ਉਹਨਾਂ ਦੇ ਲਈ। ਤੇ ਹੁਣ ਅਸੀਂ ਕਰ ਰਹੇ ਹਾਂ ਆਪਣੀ ਵਰਕਸ਼ੀਟ 5, ਜਿਸ ਦਾ ਨਾਮ ਹੈ ਯੂਕਲਿਡ ਦੀ ਜਿਓਮੈਟਰੀ ਦੀ ਜਾਣ ਪਛਾਣ, ਇੰਟਰੋਡਕਸ਼ਨ ਟੂ ਯੂਕਲਿਡ ਜਿਓਮੈਟਰੀ। ਜਿਸ ਵਿੱਚ ਪਹਿਲਾ ਕੁਐਸਚਨ ਹੈ ਸਾਡੇ ਕੋਲ, ਇੱਕ ਬਿੰਦੂ ਉਹ ਹੈ ਜਿਸ ਦਾ ਕੋਈ ਡੈਸ਼ ਨਹੀਂ ਹੁੰਦਾ। ਠੀਕ ਹੈ, ਡੈਸ਼ ਵਿੱਚ ਫਿਲ ਕਰਨੀ ਹੈ। ਇਹ ਪੁਆਇੰਟ ਇਜ਼ ਦੈਟ ਵਿਚ ਇਜ਼ ਨੋ ਡੈਸ਼। ਹੁਣ ਇੱਕ ਪੁਆਇੰਟ ਦੀ ਅਸੀਂ ਗੱਲ ਕਰੀਏ, ਮੰਨ ਲਓ ਕਿ ਦੇਖੋ ਮੈਂ ਪੈਨ ਹੈ ਮੇਰੇ ਕੋਲ, ਮੈਂ ਇਸ ਤਰ੍ਹਾਂ ਇੱਕ ਪੁਆਇੰਟ ਲਗਾਤਾ। ਹੋ ਸਕਦਾ ਤੁਹਾਨੂੰ ਇੱਕ ਛੋਟਾ ਜਿਹਾ ਡਾਟ ਜਿਹੜਾ ਕਿ ਦਿਸ ਰਿਹਾ, ਦੇਖੋ ਇਸ ਦੀ ਤੁਸੀਂ ਲੈਂਥ ਜਿਹੜੀ ਦੇਖ ਸਕਦੇ ਆ, ਨਹੀਂ ਇਸ ਦੀ ਲੈਂਥ ਜਿਹੜੀ ਅਸੀਂ ਉਹ ਵੀ ਨਹੀਂ ਸਾਨੂੰ ਅਸੀਂ ਮੇਜਰ ਕਰ ਸਕਦੇ, ਮਾਪ ਸਕਦੇ, ਨਾ ਹੀ ਅਸੀਂ ਇਸ ਦੀ ਜਿਹੜੀ ਚੌੜਾਈ ਆ ਉਹ ਮਾਪ ਸਕਦੇ ਆ। ਲੈਂਥ, ਬ੍ਰੈਡਥ ਐਂਡ ਹਾਈਟ, ਥਿਕਨੈਸ, ਅਸੀਂ ਕੁਝ ਵੀ ਜਿਹੜਾ ਕਿ ਇਸ ਦਾ ਮਾਪ ਨਹੀਂ ਸਕਦੇ। ਇਸ ਕਰਕੇ ਬਿੰਦੂ ਕੀ ਹੁੰਦਾ ਜਿਸ ਦਾ ਕੋਈ ਹਿੱਸਾ ਨਹੀਂ ਹੁੰਦਾ, ਹੈਜ਼ ਨੋ ਪਾਰਟ। ਸੋ ਦੂਸਰਾ ਸਾਡੇ ਕੋਲ, ਇੱਕ ਰੇਖਾ ਡੈਸ਼ ਰਹਿਤ ਲੰਬਾਈ ਹੁੰਦੀ ਹੈ। ਇਹ ਲਾਈਨ ਇਜ਼ ਡੈਸ਼ ਲੈਂਥ। ਇੱਕ ਲਾਈਨ ਕੀ ਹੁੰਦੀ ਹੈ, ਰਹਿਤ ਲੰਬਾਈ ਕਿਹਾ ਹੋਇਆ ਸਾਡੇ ਕੋਲ। ਇੱਕ ਰੇਖਾ ਚੌੜਾਈ ਰਹਿਤ ਲੰਬਾਈ ਹੁੰਦੀ ਹੈ, ਲਾਈਨ ਇਜ਼ ਬ੍ਰੈਡਥਲੈਸ, ਬ੍ਰੈਡਥ। ਸੋ ਨਾਲ ਹੀ ਸਾਡੀ ਕਹੋ ਗਏ ਇੱਥੇ ਲੈਸ ਲੈਂਥ। ਮਤਲਬ ਕਿ ਹੁਣ ਇੱਕ ਲਾਈਨ ਹੈ, ਦੇਖੋ ਮੈਂ ਡਰਾ ਕਰ ਰਿਹਾ, ਠੀਕ ਹੈ। ਇਹਦੀ ਲੈਂਥ ਜਿੰਨੀ ਮਰਜ਼ੀ ਮੈਂ ਵਧਾਈ ਜਾਵਾਂ, ਦੋਵਾਂ ਦਿਸ਼ਾਵਾਂ ਦੇ ਵਿੱਚ ਮੈਂ ਇਸ ਨੂੰ ਵਧਾ ਸਕਦਾ, ਪਰ ਇਸ ਦੀ ਚੌੜਾਈ ਜਿਹੜੀ ਕਿੰਨੀ ਹੈ ਉਹ ਅਸੀਂ ਨਹੀਂ ਮਾਪ ਸਕਦੇ। ਹੋ ਸਕਦਾ ਇੱਕ ਅਸੀਂ ਹੋਰ ਵੀ ਇਸ ਤੋਂ ਵੀ ਬਰੀਕ ਨਿਬ ਲੈ ਲਈਏ ਤਾਂ ਵੀ ਸਾਡੇ ਕੋਲ ਜਿਹੜੀ ਇਸ ਤਰ੍ਹਾਂ ਵੀ ਮੈਂ ਮੰਨ ਲਈ, ਦੇਖੋ ਲਾਈਨ ਲੱਗ ਰਹੀ ਪਰ ਇਸ ਦੀ ਚੌੜਾਈ ਜਿਹੜੀ ਤੁਹਾਨੂੰ ਉਹ ਨਹੀਂ ਨਜ਼ਰ ਆ ਰਹੀ। ਠੀਕ ਹੈ, ਇਹ ਕਿ ਚੌੜਾਈ ਰਹਿਤ ਜਿਹੜੀ ਲੰਬਾਈ ਸਾਡੇ ਕੋਲ ਹੁੰਦੀ ਹੈ। ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੱਕ ਇੱਕ ਡੈਸ਼ ਖਿੱਚੀ ਜਾ ਸਕਦੀ ਹੈ। ਦੇਖੋ ਇੱਕ ਬਿੰਦੂ ਮੇਰੇ ਕੋਲ ਆ ਹੈ, ਇੱਕ ਬਿੰਦੂ ਇਹ ਮੇਰੇ ਕੋਲ ਕੀ ਖਿੱਚ ਸਕਦੇ ਅਸੀਂ, ਇੱਕ ਰੇਖਾ ਖਿੱਚੀ ਜਾ ਸਕਦੀ ਹੈ, ਇੱਕ ਰੇਖਾ। ਇਹ ਸਾਡੇ ਕੋਲ ਕੀ ਆ ਗਿਆ, ਲਾਈਨ। ਇਹ ਲਾਈਨ ਮੇ ਬੀ ਡਰਾਉਨ ਫਰੋਮ ਐਨੀ ਵਨ ਪੁਆਇੰਟ ਟੂ ਐਨੀ ਅਦਰ ਪੁਆਇੰਟ। ਦੇਖੋ ਸਾਡੇ ਕੋਲ ਕੀ ਆਉਂਦਾ ਹੈ, ਸਾਰੇ ਸਮਕੋਣ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ। ਸਮਕੋਣ ਦੀ ਗੱਲ ਕਰੀਏ, ਰਾਈਟ ਐਂਗਲਸ। ਠੀਕ ਹੈ, ਇਹ ਕੀ ਹੁੰਦਾ ਜੋ ਸਾਡੇ ਕੋਲ ਇਸ ਤਰ੍ਹਾਂ ਬਣਦੇ ਹਨ 90 ਡਿਗਰੀ ਦੇ। ਹੁਣ ਜਿੰਨੇ ਵੀ ਸਮਕੋਣ ਅਸੀਂ ਬਣਾਵਾਂਗੇ ਉਹ ਸਾਰੇ ਆਪਸ ਵਿੱਚ ਕੀ ਹੋਣਗੇ, ਬਰਾਬਰ ਹੀ ਹੁੰਦੇ ਹਨ ਨਾ। ਇਹਦਾ ਮਤਲਬ ਕਿ ਸਾਡੇ ਕੋਲ ਕੀ ਹੋ ਗਿਆ, ਸਹੀ। ਮਤਲਬ ਕਿ ਜਿੰਨੇ ਮਰਜ਼ੀ ਸਮਕੋਣ ਬਣਾ ਲਈਏ 90 ਡਿਗਰੀ ਦੇ ਹੋਣਗੇ ਤਾਂ ਸਾਡੇ ਕੋਲ ਸਾਰੇ ਜਿਹੜੇ ਕਿ ਬਰਾਬਰ ਹੋਣਗੇ। ਫਿਰ ਚੌਥਾ ਸਵਾਲ ਆਉਂਦਾ, ਇੱਕ ਸਮਤਲ ਸਤ੍ਹਾ ਤੇ ਅਨੰਤ ਸਿੱਧੀਆਂ ਰੇਖਾਵਾਂ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ। ਦੇਖੋ ਅਨੰਤ ਦਾ ਮਤਲਬ ਬਹੁਤ ਸਾਰੀਆਂ। ਵਨ ਔਨ ਪਲੇਨ ਸਰਫੇਸ, ਇਟ ਮੀਨਸ ਪਲੇਨ ਸਰਫੇਸ, ਮਤਲਬ ਕਿ ਪੇਪਰ ਆ ਮੇਰੇ ਕੋਲ, ਇੱਕ ਮੇਰੇ ਪਲੇਨ ਸਰਫੇਸ ਹੀ ਦਿੱਤਾ ਹੋਇਆ ਹੈ। ਵੀ ਕੈਨ ਲੋਕੇਟ ਇਨਫਾਈਨਾਈਟ ਸਟ੍ਰੇਟ ਲਾਈਨਸ। ਹੁਣ ਇੱਕ ਪਲੇਨ ਹੈ, ਦੇਖੋ ਮਤਲਬ ਕਿ ਇਸ 'ਤੇ ਅਸੀਂ ਇੱਕ ਇਸ ਤਰ੍ਹਾਂ ਸਕੁਅਰ ਸ਼ੇਪ ਇੱਕ ਪਲੇਨ ਜਿਹੜਾ ਅਸੀਂ ਡਰਾ ਕਰ ਲੈਂਦੇ ਹਾਂ। ਹੁਣ ਇੱਥੇ ਮੈਂ ਇੱਕ ਲਾਈਨ ਲਗਾਈ ਇਸ ਤਰ੍ਹਾਂ, ਦੇਖੋ ਫਿਰ ਦੂਸਰੀ, ਫਿਰ ਤੀਸਰੀ, ਚੌਥੀ, 5, 6, 7, 8, 9, 10, 11, 12। ਸੋ ਮੈਂ ਇਸ ਤਰ੍ਹਾਂ 100 ਨੰਬਰ ਆਫ ਲਾਈਨ ਜਿਹੜੀਆਂ ਇਹਦੇ ਵਿਚਕਾਰ ਇੱਕ ਸਿੱਧੀਆਂ ਲਾਈਨਾਂ ਜਿਹੜੀਆਂ ਕਿ ਉਹ ਲਗਾ ਸਕਦਾ ਹਾਂ। ਠੀਕ ਹੈ, ਇਹ ਸਾਡੇ ਕੋਲ ਕੀ ਆ ਗਿਆ, ਇੱਕ ਸਮਤਲ ਸਤ੍ਹਾ ਤੇ ਅਨੰਤ। ਅਨੰਤ ਮਤਲਬ ਕਿ ਇਨਫਾਈਨਾਈਟ, ਬਹੁਤ ਸਾਰੀਆਂ। ਇਹਦਾ ਮਤਲਬ ਕਿ ਇਹ ਕੀ ਸਾਡੇ ਕੋਲ ਆ ਗਿਆ, ਸਹੀ ਆ ਗਿਆ। ਪੂਰਨ ਆਪਣੇ ਡੈਸ਼ ਤੋਂ ਵੱਡਾ ਹੁੰਦਾ ਹੈ। ਦੇਖੋ ਪੂਰਨ, ਇੱਧਰ ਗੱਲ ਕੀਤਾ ਹੋਲ, WHOLE ਹੋਲ। ਹੋਲ ਦਾ ਮਤਲਬ ਕੀ ਹੁੰਦਾ ਹੈ, ਸਾਰਾ। ਮਤਲਬ ਕਿ ਇੱਕ ਚੱਕਰ ਹੈ ਸਾਡੇ ਕੋਲ, ਮਤਲਬ ਕਿ ਕੰਪਲੀਟ ਚੱਕਰ ਹੈ। ਹੋਲ ਦਾ ਮਤਲਬ ਅਸੀਂ ਗੱਲ ਕਰੀਏ ਸਾਰਾ, ਪੂਰਨ, ਜਿਸ ਨੂੰ ਅਸੀਂ ਪੂਰਨ ਕਹਿੰਦੇ ਹਾਂ। ਠੀਕ ਹੈ, ਪੂਰਨ ਦੀ ਗੱਲ ਅਸੀਂ ਜੇਕਰ ਜਿਓਮੈਟਰੀ ਦੀ ਗੱਲ ਕਰੀਏ ਤਾਂ ਸਾਡੇ ਕੋਲ 360 ਡਿਗਰੀ ਦਾ ਜਿਹੜਾ ਪੂਰਾ ਚੱਕਰ ਬਣਦਾ ਹੁੰਦਾ ਹੈ, ਉਹ ਸਾਡੇ ਕੋਲ ਪੂਰਨ ਕੋਣ ਜਿਹੜਾ ਕਿ ਹੁੰਦਾ ਹੈ। ਹੁਣ ਪੂਰਨ ਆਪਣੇ ਡੈਸ਼ ਤੋਂ ਵੱਡਾ ਹੁੰਦਾ ਹੈ, ਮਤਲਬ ਕਿ ਇਸ ਨੂੰ ਅਸੀਂ ਇੱਕ ਆਹ ਕਰਤਾ, ਇਹਦੇ ਦੋ ਹਿੱਸੇ ਬਣ ਗਏ। ਹੁਣ ਜਿਹੜਾ ਪੂਰਨ ਪੂਰਾ ਚੱਕਰ ਆ, ਇੱਕ ਚੱਕਰ ਹੋਰ ਅਸੀਂ ਬਣਾਉਂਦੇ ਹਾਂ, ਆਹ ਜਿਹੜਾ ਚੱਕਰ ਹੈ ਇਹ ਇਸ ਚੱਕਰ ਤੋਂ ਵੱਡਾ ਹੋ ਗਿਆ ਨਾ। ਇਸ ਦੇ ਆਹ ਵਾਲੇ ਹਿੱਸੇ ਦੀ ਗੱਲ ਕਰੀ ਤਾਂ ਇੱਕ ਮਤਲਬ ਕਿ ਪੂਰਨ ਜਿਹੜਾ ਹੋ ਗਿਆ ਆਪਣੇ ਹਿੱਸੇ ਤੋਂ ਵੱਡਾ ਹੁੰਦਾ ਹੈ, ਆਪਣੇ ਹਿੱਸੇ ਤੋਂ ਵੱਡਾ ਹੁੰਦਾ। ਹੋਲ ਇਜ਼ ਗ੍ਰੇਟਰ ਦੈਨ ਪਾਰਟ। ਫਿਰ ਕਹਿੰਦਾ ਜੇ ਬਰਾਬਰਾਂ ਨੂੰ ਬਰਾਬਰਾਂ ਵਿੱਚੋਂ ਘਟਾਈਏ ਤਾਂ ਬਾਕੀ ਸਿਫਰ, ਬਾਕੀ ਫਿਰ ਬਰਾਬਰ ਮਿਲਦਾ ਹੈ। ਧਿਆਨ ਦਿਓ ਕਿ ਸਾਡੇ ਕੋਲ ਜਿਹੜੇ ਯੂਕਲਿਡ ਦਾ ਕੀ ਆ, ਉਹਦੇ ਵਿੱਚ ਸਾਡੇ ਕੋਲ ਐਗਜ਼ੀਅਮ ਦਿੱਤੇ ਗਏ ਨੇ, ਕੋਈ ਸਾਡੇ ਕੋਲ ਪੋਸਟੂਲੇਟਸ ਨੇ। ਉਸ ਤਰ੍ਹਾਂ ਹੀ ਸਾਡੇ ਕੋਲ ਹੈ ਬਰਾਬਰਾਂ ਨੂੰ ਬਰਾਬਰਾਂ ਵਿੱਚੋਂ ਘਟਾਉਣਾ ਹੈ। ਮਤਲਬ ਕਿ ਸਾਡੇ ਕੋਲ ਦੋ ਜਿਹੜੇ ਨੰਬਰ ਲਾ ਲਓ, ਸਾਡੇ ਕੋਲ ਕੀ ਹਨ, 4 ਦਿੱਤਾ ਹੋਇਆ ਹੈ, 4 ਬਰਾਬਰ ਹੈ 4। ਠੀਕ ਹੈ, ਹੁਣ ਕੀ ਕਰਨਾ ਹੈ, ਬਰਾਬਰ ਹੋ ਗਏ, ਬਰਾਬਰਾਂ ਨੂੰ ਬਰਾਬਰਾਂ ਵਿੱਚੋਂ ਘਟਾਉਣਾ। ਹੁਣ ਇੱਕ ਬਰਾਬਰ ਸੰਖਿਆ ਲੈਂਦੇ ਅਸੀਂ, ਇੱਕੋ ਹੀ ਸੰਖਿਆ ਉਹੀ ਲੈਂਦੇ ਅਸੀਂ, ਇੱਕ ਇੱਧਰ ਲੈਂਦੇ ਹਾਂ, ਇੱਕ ਇੱਧਰ ਲੈਂਦੇ ਅਸੀਂ।
देखो बराबरां नूं बराबरां दे विचों घटा दिता गया, ठीक है। साडे को क्या आ गया, इस साइड ते भी 3 आ जाएगा, इधर भी 3 आ जाएगा, साडे को क्या आ गया, बराबर मिलता है ना आंसर, ये साडे को गया सही। इफ इक्वल्स आर सबट्रैक्टेड फ्रॉम इक्वल, इक्वल्स दे विचों जेकर असीं इक्वल नूं ही माइनस कर दईए द रिमाइंडर्स आर इक्वल। सो असीं वेख्या करके कि 4 माइनस 1 4 माइनस 1 कीता, साडे को 3 बराबर 3 जिहड़ा आ जाता है, जो कि सही है। फिर क्वेश्चन नंबर आता साडे को 7, जे ए कॉमा बी अते सी एक रेखा नूं स्थित 3 बिंदु हैं अते बिंदु ए अते सी दे विचकार स्थित हैं, सिद्ध करो ए बी जमा बी सी बराबर ए सी है, ठीक है। एक लाइन दी हुई देखो तुहाडे को नीचे क्या कि गया कि ए बी सी एक रेखा ते पॉइंट दिते गए हैं, ए इफ ए कॉमा बी एंड सी आर 3 पॉइंट्स ऑन लाइन एंड बी लाइज बिटवीन, मतलब कि बी जिहड़ा वो किहदे विचकार आउंदा है, ए अते सी दे विचकार आउंदा है। दैन प्रूव दैट ए बी प्लस बी सी इज इक्वल टू ए सी। हुण इसनूं जिहड़ा कि असीं किस तरह देखो कि सिद्ध करना है, असीं सोल्यूशन करते हैं इसका, असीं बी ए अते सी दा मध्य बिंदु है, ठीक है। सो बी जिहड़ा होया ए अते सी दा मध्य बिंदु हो गया, मध्य बिंदु का मतलब कि साडे को की हो गया मिड पॉइंट जिहड़ा कि हो गया। हुण मिड पॉइंट की हुंदा है, मिड पॉइंट वो हुंदा है जो रेखा नूं जां किसी भी चीज़ नूं दो बराबर भागां दे विच साडे कोल जिहड़ा कि वंड देगा। इसलिए ए बी बराबर की होएगा साडे को बी सी। देखो बी मध्य बिंदु है ना, साडे को इधर ही बराबर भाग रह गया, ये दोवें भाग साडे को जिहड़े हो गए बराबर भाग जिहड़े कि होणगे, ए बी बराबर बी सी हो गया। हुण जदों असीं देखो ए पॉइंट ए आ, ए तो इत्थे बी तक, बी तो बाद साडे को है सी पॉइंट, ठीक है। ए बी फिर मैं बी तो सी तक जाना, ठीक है, पहले इत्थों ए तो बी ते गया, बी तो सी ते गया, तो जे मैं ए तो सी ते सीधा ही जाना होवे तो इसका मतलब कि साडे को गया ए सी, इन्हां दोवां दा जोड़ बन गया ना, इसलिए साडे को की हो गया ए बी प्लस बी सी बराबर हो जाएगा ए सी। फिर साडे को सवाल नंबर आता है 8, परिभाषा दो डिफाइन द फॉलोइंग टर्म्स, समांतर रेखावां पैरेलल लाइन्स। देखो समांतर रेखावां की होंदियां पहला समझ लैंदे हां। एक असीं आ लाइन बना लैंदे हां, दूसरी लाइन भी असीं बिल्कुल इस तरह इसके नीचे बना लैंदे हां। हुण दोवां दे विच की है, देखो इन्हां नूं असीं दोवां नूं किसी भी दिशा विच वधाई जाइए, लैफ्ट वधा दईए राइट वधा दईए दोवां नूं, तां साडे को आपस दे विच की होणगीਆਂ, इस तरह ही साडे को चली जाणगीਆਂ, ते मतलब कि आपस में एक दूसरे नूं नहीं कट्टणगीਆਂ। तो दूसरा कि इन्हां दे विचकार वाली जिहड़ी दूरी है, वो दूरी की रहिंदी है हर पॉइंट ते दूरी जिहड़ी कि वो समान रहिंदी है। सो इसकी परिभाषा की आ गई, वो रेखावां जिन्हां दे विचकार दी दूरी समान रहिंदी है अते आपस विच कदे नहीं घटदियां, मतलब कि ये रेखावां कदे भी घटदियां नहीं, ठीक है। The lines which have equal distance on every point and which never cuts। फिर अस साडे को लंब रेखावां परपेंडिकुलर लाइन्स। हुण परपेंडिकुलर लाइन्स की होंदियां, देखो एक मैं लाइन इस तरह बनाई, दूसरी लाइन मैं इस तरह बनाती, दोवें लाइन्स कट गई ना इस पॉइंट पर, इसका मतलब कि एक तो यह फॉर्म हो गई साडे को, दूसरा हो गया इस तरह, देखो ये भी कटदियां नहीं आपस में। सो जो रेखावां दो आपस में कटदियां हैं तो 90 डिग्री का कोण जिहड़ा वो बनाउंदियां हैं, तो वो साडे को लंब रेखावां हुंदियां हैं। जदों दो रेखावां आपस विच कट्टण अते 90 डिग्री का कोण बनाउण, तो उन्होंने असीं कहंदे हां लंब रेखावां कहंदे हन।
मतलब कि कोई भी रेखावां दो होण चार होण जिस तरह मर्जी तो आपस में कटदियां हैं तो कट्टण ते 90 डिग्री का कोण बनादियां हैं तो उन्होंने असीं की बोलते हैं लंब रेखावां बोल दिंदे हैं। फिर साडे को आउंदा है थर्ड पार्ट चक्कर का अर्ध व्यास, इसकी परिभाषा देनी है। हुण सर्कल ते रेडियस ऑफ सर्कल, देखो असीं एक आ चक्कर बनाया। हुण जो चक्कर बनता है सानूं पता है चक्कर जिहड़ा असीं कंपास दे नाल प्रकार दे नाल बनाउंदे हां। जो प्रकार नाल चक्कर बनाया जाता है तो एक असीं जगह ते प्रकार नूं रखते हैं, प्रकार तो फिर असीं पेंसिल जिथे लगाई हुंदी उसनूं असीं घुमाउंदे हां तो साडे कोल किहड़ा इस तरह चक्कर जिहड़ा वो तैयार हो जाता है। सो ये जो हुंदा है पॉइंट जिथे प्रकार रखते हैं ये हुंदा है केंद्र बिंदु। ठीक है, उसके केंद्र तो चक्कर के किसी भी सिरे तक की जी दूरी होंगी है ये साडे को होंगी है आर अर्ध व्यास, क्योंकि पूरा जोड़ा साडे को ये लाइन बनती है चक्कर के दोवां सिरों नूं छूंदी है तो चक्कर के केंद्र चों लंघदी है उसनूं असीं बोलते हैं व्यास। मतलब कि आ चक्कर का पॉइंट है आ लाइन साडे कोल की हो गई व्यास। ठीक है, मतलब इसनूं अद्धा कर देंगे तो अर्ध हो गया ना, वो तो अद्धी लाइन हो गया अर्ध व्यास हो गया। इसनूं असीं पूरे नूं की बोलते हैं डायामीटर बोलते हैं। ठीक है, हाफ नूं की बोल देंगे हैं रेडियस बोल देंगे हैं। सो रेडियस जिहड़ा बराबर हुंदा है साडे कोल डी बटा 2, क्योंकि डी का अद्धा हुंदा ना डायमीटर का, इस करके असीं डी नूं करते हैं 2 दे नाल जिहड़ा कि डिवाइड कर दिंदे हां। इसलिए असीं लिखते हैं चक्कर दे केंद्र तो चक्कर दे किसी भी पॉइंट तक दी दूरी नूं चक्कर दा अर्ध व्यास कहंदे हन। द डिस्टेंस फ्रॉम द सेंटर ऑफ द सर्कल टू दी एनी पॉइंट ऑफ द सर्कल, मतलब सर्कल के घेरे ते किसी भी पॉइंट तक की दूरी नूं असीं उसका जिहड़ा अर्ध व्यास बोलांगे। रेखाखंड लाइन सैगमेंट, हुण लाइन सैगमेंट की हुंदा है, वैसे तो साडे कोल एक परिभाषा है कि लाइन सैगमेंट साडे को इस तरह होंगे जिसके दोनों सिरों के बिंदु जोड़े कि साडे को लगे होंगे हैं, एक आरंभिक बिंदु होंगे है दूसरा अंतिम बिंदु होंगे है। तो इसनूं असीं दोवां सिरिਆਂ ਨੂੰ इसनूं असीं किसी भी पासे ਵੱਲ ਵਧਾ नहीं सकते, पर यूक्लिड के अनुसार की है इस की इसनूं बाद विच रिवाइज किया गया तो कहा गया कि इसनूं असीं एक रेखा का हिस्सा होंदा है और जिसनूं असीं दोवां पासिਆਂ ते ਵਧਾ सकते हैं। की मतलब देखो ये हो गया इस तरह, ये देखो एरो लगे साडे कोल लाइन बन गई ना एक, तो इसका हिस्सा जिहड़ा हुंदा साडे कोल एक रेखाखंड हुंदा जिहड़ा इसदे विच आ गया। तो रेखाखंड क्या होया ए एक रेखा का हिस्सा हुंदा है जिसनूं दोवां पासे वल लोड़ अनुसार ਵਧਾਇਆ जा सकता है। इसका एक अंतिम अते एक आरंभिक बिंदु हुंदा है। क्लीयर। फिर आता साडे क्वेश्चन नंबर 9, एक साडे को रेखाखंड जिहड़ा दिता गया है ए बी सी डी पॉइंट दिते हुए हैं, उसके उपर जेकर दिता है साडे को जेकर ए सी बराबर बी डी, देखो ए सी बराबर साडे को बी डी दिता होया है, सिद्ध करो ए बी बराबर सी डी है। तो सिद्ध की करना है असीं, ए साडे को की है गिवन, मतलब जिन्हों असीं बोल देने हैं दिता है। ठीक है, सो ए बी बराबर सी डी जो असीं प्रूव करना है, मतलब कि सिद्ध करना है। ठीक है,
ਹੁਣ देखो ध्यान दे नाल AC बराबर BD दिता है, ए वाली रेखा जी इन्ना पार्ट है साढ़े को ये किहदे बराबर है BD दे। BD की है साढ़े को इत्थों शुरू होंदा है BD आ जाता है साढ़े को BD के बराबर है। सो असीं सिद्ध करना कि AB बराबर ए वाला भाग जिहड़ा है तो ए वाला भाग है दोवें जिहड़े कि बराबर हैं। किस तरह करते हैं, रेखा खंड AC विच सो साढ़े को दो वड्डे जिहड़े रेखा खंड ने उन्हां दी गल करते हैं जो साढ़े को गिवन दिता है उसों। रेखा खंड AC विच दूसरी साइड ते असीं लिख लिया रेखा खंड BD विच, ठीक है। दो रेखा खंड दोवां दी असीं गल करन लगे हाँ। AC रेखा खंड की गल करते हैं असीं, साढ़े को ये दिता होया है AC रेखा खंड, ठीक है। इस दे विच साढ़े कोल की आंदा है एक B आंदा है, B जो है असीं मानते हैं कि वो AC का जिहड़ा कि मध्य बिंदु है, ठीक है। इत्थे लिखदे असीं B AC का मध्य बिंदु है। हुण जदों मध्य बिंदु है इसलिए AB बराबर की होएगा BC, ठीक है ना। ये मध्य बिंदु हो गया तो मतलब कि आ वाला हिस्सा तो ये दोवें बराबर हो गए। इट मीनस कि AB बराबर BC साढ़े को दोवें हिस्से बराबर हो गए, जिसनों असीं मान लिया एक समीकरण। दूसरे पासे असीं कहने हाँ कि जिहड़ा इत्थे B है इधर साढ़े को D पॉइंट दिता है, इत्ते विचकार की है C। हुण C जिहड़ा है B ते D का मध्य बिंदु है, C BD का मध्य बिंदु है। इसलिए जो मध्य बिंदु है तो BC बराबर की आ जाएगा साढ़े को CD, जिसनों असीं समीकरण देवांगे 2 का नाम। फिर तीसरे पार्ट च की करते असीं 1 + 2, 1 ते 2 दोवां नूं असीं की करता जोड़ दिता। ये तो लैफ्ट साइड नाल जोड़ देनी है, राइट साइड नाल जोड़ देनी है। इसका मतलब कि AB दे नाल की जुड़ गया BC ते दूजे साइड ते की आ गया साढ़े को BC जमा CD। हुण देखो साढ़े कोल की आंदा है AB + BC, ये वाला BC नूं असीं इस साइड ते लैण दा माइनस हो गया, बराबर आ गया साढ़े को CD। देखो BC एक प्लस का है एक माइनस का है, दोवें BC साढ़े को की कट्टे गए ना, एक चीज़ प्लस एक माइनस वो भी कट्टी जाती है। सो साढ़े को की बच गया AB बराबर CD जिहड़ा साढ़े को आंदा है। इसका मतलब असीं की कीता है सिद्ध कीता, प्रूवड। ये की साढ़े को आ गया प्रूवड जिहड़ा साढ़े को हो जाता है। फिर क्वेश्चन है साढ़े को क्वेश्चन नंबर 10। क्वेश्चन नंबर 10 की है साढ़े को, देखो यूक्लिड की 5वीं मूल धारणा की है कि एक समांतर रेखावां लई भी ठीक है। एक्सप्लेन यूक्लिड 6 पोस्टुलेट्स। सो साढ़े को बुक होनी आ बच्चों, उस जिहड़े पोस्टुलेट्स दिते गए हैं लास्ट दे विच दिते गए हैं चैप्टर दे जाके पोस्टुलेट्स, उस तो तुसीं जिहड़ा 5th पोस्टुलेट जिहड़ा कि वो वेख लेना है। सवाल नंबर 11 आउंदा है प्लेफेयर सिद्धांत की है। हुण असीं गल करते हैं अपने सवाल नंबर 11 की, प्लेफेयर सिद्धांत की है। एक्सप्लेन प्लेफेयर एक्सियम। देखो दो मैथमेटिशियन हुए ने साढ़े को, एक का नाम सीगा प्लेफेयर जिन्हां दे नाम ते जिहड़ा एक्सियम बनिया है। दूसरे साढ़े को जिहड़ा साडा टॉपिक ही है यूक्लिड, यूक्लिड ही होए हैं। यूक्लिड का जिहड़ा 5th पोस्टुलेट सी उसकी ही रीप्लेस जी उसके ही आधार पर एक नवा एक्सियम दिता गया जिहड़ा प्लेफेयर ने दिता, जिहड़ा इससे पहले यूक्लिड के 5th पोस्टुलेट नूं रीप्लेस करता है, मतलब कि उसकी जगह पर आउंदा है। इस भी साढ़े को 5वीं जिहड़ा पोस्टुलेट है उसकी ही गल की गई है। सो इसके दो शब्द ने साढ़े को, देखो एक है साढ़े को पोस्टुलेट्स, एक है एक्सियम। दोवां च अंतर की है, पोस्टुलेट जिहड़ा है ये भी एक स्वै सिद्ध होंदे हैं, मतलब जिन्होंने सानूं सिद्ध करने की लोड़ नहीं होंदी। एक्सियम भी साढ़े को वही सिद्धांत होंदे हैं जिन्होंने सिद्ध करने की लोड़ नहीं होंदी, जिहड़े साढ़े को स्वै सिद्ध होंदे हैं। फर्क ये है कि ये साढ़े को जिहड़े ज्योमैट्री दे विच लगदे हैं पोस्टुलेट्स, ये साढ़े को ज्योमैट्री भी ते अलजेबरे दे विच दोवां जगह ते जिहड़े कि वरते जाते हैं। हुण असीं गल करते हैं, सब तो पहला सानूं गल करनी पऊगी यूक्लिड के 5th पोस्टुलेट सी जो इस दे विच है। यूक्लिड का 5th पोस्टुलेट की सी कि जे साढ़े को दो रेखावां इस तरह हैं दित्तियां होईयां ते कोई तीसरी रेखा है जिहड़ी इन्हां दोवां रेखावां नूं कट कर रही है। देखो ये रेखा है जो
टी लाइन है जो इन्होंने दोनों ਨੂੰ ਕੱਟ ਕਰਦੀ ਪਈ ਹੈ। ਜਦੋਂ ਕੱਟ ਕਰੇਗੀ ਤਾਂ ਇਸ ਤੇ ਵੀ ਕੋਣ ਬਣਾਏਗੀ, ਇੱਥੇ ਵੀ ਕੋਣ ਬਣਾਏਗੀ। ਇਸ ਤਰ੍ਹਾਂ ਹੀ ਸਾਡੇ ਕੋਲ ਇੱਧਰਲੀ ਦਿਸ਼ਾ 'ਚ ਵੀ ਕੋਣ ਬਣਨਗੇ, ਦੋ ਦੋ ਕੋਣ ਬਣ ਗਏ। ਹੁਣ 1 2 3 4 ਕੋਣ ਬਣ ਗਏ। ਇੱਕ ਹੀ ਸਾਈਡ ਦੇ ਜਿਹੜੇ ਦੋ ਕੋਣ ਹੋਣਗੇ, ਜਾਂ ਤਾਂ ਇੱਧਰ ਹੋ ਸਕਦੇ ਨੇ ਜਾਂ ਇੱਧਰ, ਜਿਨ੍ਹਾਂ ਵੀ ਦੋ ਕੋਣਾਂ ਦਾ ਜੋੜ ਸਾਡੇ ਕੋਲ 180 ਡਿਗਰੀ ਤੋਂ ਘੱਟ ਹੋਵੇ, ਮਤਲਬ ਕਿ ਇਸ ਨੂੰ ਅਸੀਂ ਅਲਫਾ ਬੀਟਾ ਮੰਨ ਲੈਂਦੇ ਹਾਂ। ਅਲਫਾ ਪਲੱਸ ਬੀਟਾ। ਦੂਸਰਾ ਸਾਡੇ ਕੋਲ ਮੰਨ ਲਓ ਕੋਣ ਹੈ ਸਾਡੇ ਕੋਲ ਏ ਅਤੇ ਬੀ, ਏ ਪਲੱਸ ਬੀ। ਹੁਣ ਇਹਨਾਂ ਦੋਵਾਂ ਦੇ ਵਿੱਚ ਸਾਡੇ ਕੋਲ ਕਿਹਦਾ ਜੋੜ ਜਿਹੜਾ ਕਿ 180 ਡਿਗਰੀ ਤੋਂ ਘੱਟ ਹੋਵੇਗਾ, ਠੀਕ ਹੈ, 100 ਡਿਗਰੀ ਤੋਂ ਘੱਟ ਜਿਹੜਾ ਕਿ ਹੋਵੇਗਾ। ਇਸ ਤਰ੍ਹਾਂ ਤਾਂ ਅਸੀਂ ਨਹੀਂ ਦੱਸ ਸਕਦੇ, ਪਰ ਅਸੀਂ ਸਿਰਫ ਇੱਥੇ ਗੱਲ ਕਰਨੀ ਹੈ ਕਿ ਅਸੀਂ ਗੱਲ ਕਿਸ ਦੀ ਕੀਤੀ ਗਈ ਹੈ, ਫਿਫਥ ਪੋਸਟੂਲੇਟ ਦੇ ਵਿੱਚ। ਹੁਣ ਦੋਵੇਂ ਜਿਹੜੀਆਂ ਲਾਈਨਸ ਨੇ ਅਸੀਂ ਦੋਵਾਂ ਨੂੰ ਇੱਕ ਦੂਸਰੇ ਸਾਈਡਾਂ ਵੱਲ ਵਧਾਉਂਦੇ ਹਾਂ। ਦੇਖੋ ਇਸ ਨੂੰ ਅਸੀਂ ਵਧਾਉਂਦੇ ਜਾਂਦੇ ਹਾਂ, ਇਹ ਸਾਡੇ ਕੋਲ ਇਸ ਤਰ੍ਹਾਂ ਵੱਧ ਗਈ। ਇਸ ਲਾਈਨ ਨੂੰ ਵਧਾਇਆ, ਇਹ ਵੀ ਸਾਡੇ ਕੋਲ ਇਸ ਸਾਈਡ 'ਤੇ ਵੱਧਦੀ ਜਾਂਦੀ ਹੈ। ਇਸ ਲਾਈਨ ਨੂੰ ਵਧਾਉਂਦੇ ਹਾਂ, ਇਸ ਸਾਈਡ ਨੂੰ ਚਲੇ ਜਾਂਦੀ ਹੈ। ਇਸ ਲਾਈਨ ਨੂੰ ਵਧਾਉਂਦੇ ਹਾਂ, ਇਹ ਸਾਡੇ ਕੋਲ ਇਸ ਦਿਸ਼ਾ ਵੱਲ ਜਾਂਦੀ ਹੈ। ਹੁਣ ਦੇਖੋ ਸਾਡੇ ਕੋਲ ਹੋ ਕੀ ਰਿਹਾ ਹੈ ਕਿ ਜਿਹੜੀਆਂ ਇਹ ਰੇਖਾਵਾਂ ਨੇ ਇਹਨਾਂ ਵਿੱਚ ਜਿਹੜੀ ਦੂਰੀ ਆ ਸਾਡੇ ਕੋਲ ਉਹ ਵੱਧਦੀ ਜਾ ਰਹੀ ਹੈ, ਠੀਕ ਹੈ ਨਾ। ਗੈਪ ਜਿਹੜਾ ਵੱਧ ਰਿਹਾ ਹੈ, ਇਸ ਵਿੱਚ ਗੈਪ ਘਟਦਾ 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 ਕਿ ਬਿਲਕੁਲ ਹੀ ਘਟ ਕੇ ਜ਼ੀਰੋ ਰਹਿ ਜਾਂਦਾ ਹੈ, ਜਿੱਥੇ ਦੋਵੇਂ ਰੇਖਾਵਾਂ ਸਾਡੇ ਕੋਲ ਆਪਸ ਵਿੱਚ ਕੱਟ ਜਾਂਦੀਆਂ ਹਨ। ਇਸ ਲਈ ਜਿੱਧਰ ਰੇਖਾਵਾਂ ਕੱਟਦੀਆਂ ਹਨ ਉੱਧਰ ਵਾਲੇ ਦੋਵੇਂ ਕੋਣਾਂ ਦਾ ਜੋੜ ਸਾਡੇ ਕੋਲ 180 ਡਿਗਰੀ ਤੋਂ ਘੱਟ ਹੁੰਦਾ ਹੈ। ਇਹਦਾ ਮਤਲਬ ਕਿ ਅਲਫਾ ਪਲੱਸ ਬੀਟਾ ਦਾ ਜੋੜ ਜਿਹੜਾ 180 ਡਿਗਰੀ ਤੋਂ ਘੱਟ ਹੋਵੇਗਾ। ਸੋ ਇਹ ਸਾਡੇ ਕੋਲ ਗਲਤ ਹੋ ਜਾਏਗਾ। ਇਸ ਲਈ ਯੂਕਲਿਡ ਦਾ ਫਿਫਥ ਪੋਸਟੂਲੇਟ ਕੀ ਹੈ ਕਿ ਜਿਸ ਪਾਸੇ ਦੇ ਕੋਣਾਂ ਦਾ ਜੋੜ ਸਾਡੇ ਕੋਲ 180 ਡਿਗਰੀ ਤੋਂ ਘੱਟ ਹੋਵੇ ਉੱਧਰਲੀ ਦਿਸ਼ਾ ਦੇ ਵਿੱਚ ਰੇਖਾਵਾਂ ਜਿਹੜੀਆਂ ਆਪਸ ਦੇ ਵਿੱਚ ਘਟਦੀਆਂ ਹਨ। ਪਲੇਫੇਅਰ ਦਾ ਐਗਜ਼ੀਅਮ ਕੀ ਆ, ਮਤਲਬ ਕਿ ਦੋਵੇਂ ਪੈਰਲਲ ਰੇਖਾਵਾਂ ਮੰਨੀਆਂ ਗਈਆਂ ਸੀ। ਪਲੇਫੇਅਰ ਨੇ ਮੰਨਿਆ ਕਿ ਮੰਨ ਲਓ ਸਾਡੇ ਕੋਲ ਇੱਕ ਪੈਰਲਲ ਲਾਈਨ ਦਿੱਤੀ ਹੋਈ ਹੈ ਤੇ ਇੱਕ ਕੋਈ ਵੀ ਪੁਆਇੰਟ ਇਸ ਦੇ ਆਊਟਸਾਈਡ ਜਿਹੜਾ ਕਿ ਬਾਹਰਲੀ ਸਾਈਡ ਤੇ ਬਣਾ ਦਿੱਤਾ ਗਿਆ ਹੈ, ਇਸ ਦੇ ਉੱਪਰ ਨਹੀਂ, ਇਸ ਦੇ ਉੱਪਰ ਜਾਂ ਨੀਚੇ ਕਿਸੇ ਪਾਸੇ ਬਣਾ ਦਿੱਤਾ ਗਿਆ ਹੈ। ਤੇ ਹੁਣ ਇੱਕ ਪੁਆਇੰਟ ਜਿਹੜਾ ਹੁੰਦਾ ਸਾਨੂੰ ਪਤਾ ਇਸ ਦੇ ਵਿੱਚੋਂ ਅਸੀਂ ਅਨੇਕਾਂ ਜਿਹੜੀਆਂ ਲਾਈਨਸ ਜਿਹੜੀਆਂ ਇਸ ਤਰ੍ਹਾਂ ਅਸੀਂ ਜਿਹੜੀਆਂ ਕਿ ਬਣਾ ਸਕਦੇ ਹਾਂ। ਇਸ ਤਰ੍ਹਾਂ ਇਸ ਪੁਆਇੰਟ ਦੇ ਵਿੱਚੋਂ ਵੀ ਅਸੀਂ ਜਿਹੜੀਆਂ ਕਿ ਅਨੇਕ ਲਾਈਨਸ ਜਿਹੜੀਆਂ ਕਿ ਇਸ ਤਰ੍ਹਾਂ ਬਣਾ ਸਕਦੇ ਹਾਂ, ਠੀਕ ਹੈ। ਹੁਣ ਪਲੇਫੇਅਰ ਨੇ ਕੀ ਕਿਹਾ ਸੀ, ਅਸੀਂ ਅਨੇਕਾਂ ਜਿਹੜੀਆਂ ਲਾਈਨਸ ਤਾਂ ਬਣਾ ਸਕਦੇ ਹਾਂ, ਨੰਬਰ ਆਫ ਲਾਈਨਸ ਤਾਂ ਬਣਾ ਸਕਦੇ ਹਾਂ, ਪਰ ਇੱਕ ਹੀ ਲਾਈਨ ਅਜਿਹੀ ਹੋਵੇਗੀ ਜਿਹੜੀ ਪਹਿਲੀ ਦਿੱਤੀ ਹੋਈ ਲਾਈਨ ਦੇ ਸਮਾਂਤਰ ਜਾਂ ਪੈਰਲਲ ਹੋਵੇਗੀ। ਤੇ ਉਹ ਇੱਕ ਲਾਈਨ ਸਾਡੇ ਕੋਲ ਇਸ ਤਰ੍ਹਾਂ ਜਿਹੜੀ ਕਿ ਬਣ ਜਾਂਦੀ। ਦੇਖੋ ਇੱਕ ਹੀ ਲਾਈਨ ਬਣੇਗੀ ਨਾ ਸਾਡੇ ਕੋਲ, ਹੋਰ ਅਸੀਂ ਹੋਰ ਵੀ ਲਾਈਨ ਬਣਾ ਕੇ ਦੇਖ ਲੈਂਦੇ ਹਾਂ, ਦੇਖੋ ਬਣ ਗਈ ਨਾ ਲਾਈਨ, ਪਰ ਉਹ ਸਮਾਂਤਰ ਨਹੀਂ ਨਾ ਆ ਰਹੀ। ਸੋ ਇਹ ਸੀ ਪਲੇਫੇਅਰ ਦਾ ਐਗਜ਼ੀਅਮ ਸਿਧਾਂਤ, ਜਿਸ ਦੇ ਵਿੱਚ ਉਸਨੇ ਕਿਹਾ ਕਿ ਜੇਕਰ ਸਾਡੇ ਕੋਲ ਇੱਕ ਸਮਾਂਤਰ ਇੱਕ ਰੇਖਾ ਦਿੱਤੀ ਗਈ ਹੈ ਅਤੇ ਉਸ ਦੇ ਬਾਹਰੀ ਦਿਸ਼ਾ ਵਿੱਚ ਕੋਈ ਬਿੰਦੂ ਲਗਾਉਂਦੇ ਹਾਂ ਅਤੇ ਸਿਰਫ ਉਸ ਬਿੰਦੂ ਦੇ ਵਿੱਚੋਂ ਇੱਕ ਹੀ ਲਾਈਨ ਇਹੋ ਜਿਹੀ ਹੋਵੇਗੀ ਜਿਹੜੀ ਕਿ ਪਹਿਲੀ ਦਿੱਤੀ ਲਾਈਨ ਦੇ ਸਮਾਂਤਰ ਹੋਵੇਗੀ। ਫਿਰ ਸਵਾਲ ਨੰਬਰ ਆਉਂਦਾ ਹੈ 12, ਕਿਸੇ ਨੂੰ ਡੈਸ਼ ਮੰਨ ਕੇ ਅਤੇ ਕਿਸੇ ਡੈਸ਼ ਤੋਂ ਚੱਕਰ ਖਿੱਚਿਆ ਜਾ ਸਕਦਾ ਹੈ। ਦੇਖੋ ਕੀ ਹੈ ਇਸ ਵਿੱਚ, ਇਹ ਸਰਕਲ ਕੈਨ ਬੀ ਡਰਾਨ ਵਿਦ ਐਨੀ ਐਂਡ ਐਨੀ, ਠੀਕ ਹੈ, ਡਰਾਨ ਫਰੋਮ ਐਨੀ ਸੈਂਟਰ ਐਂਡ ਐਨੀ ਪੁਆਇੰਟ। ਕਿਸੇ ਵੀ ਪੁਆਇੰਟ ਤੇ ਅਸੀਂ ਦੇਖੋ ਆਹ ਪੁਆਇੰਟ ਆ, ਇਸ ਤੋਂ ਅਸੀਂ ਕੋਈ ਵੀ ਜਿਹੜਾ ਸਰਕਲ ਹੈ ਇਸ ਤਰ੍ਹਾਂ ਅਸੀਂ ਪ੍ਰਕਾਰ ਦੇ ਨਾਲ ਜਿਹੜਾ ਕਿ ਡਰਾਅ ਕਰ ਸਕਦੇ ਹਾਂ। ਫਿਰ ਕੀ ਹੈ ਕਿ ਕੋਈ ਵੀ ਸੈਂਟਰ ਮਤਲਬ ਕਿ ਇਸ ਨੂੰ ਅਸੀਂ ਸੈਂਟਰ ਮੰਨ ਲੈਂਦੇ ਹਾਂ, ਠੀਕ ਹੈ। ਮਤਲਬ ਕਿ ਇਹ ਸਾਡੇ ਕੋਲ ਕੀ ਆ, ਇੱਕ ਸਕੁਅਰ ਹੈ, ਇਸ ਨੂੰ ਅਸੀਂ ਕੀ ਮੰਨ ਲਿਆ, ਇੱਕ ਸੈਂਟਰ ਮੰਨ ਲਿਆ। ਇੱਥੇ ਅਸੀਂ ਇਸ ਤੋਂ ਅਸੀਂ ਪ੍ਰਕਾਰ ਰੱਖਾਂਗੇ ਤਾਂ ਕਿ ਚੱਕਰ ਜਿਹੜਾ ਲਗਾ ਦਾਂਗੇ। ਇਹ ਕੀ ਸਾਡੇ ਕੋਲ ਕਿਸੇ ਨੂੰ ਕੇਂਦਰ ਮੰਨ ਕੇ ਅਤੇ ਕਿਸੇ ਬਿੰਦੂ ਤੋਂ ਇੱਕ ਚੱਕਰ ਜਿਹੜਾ ਕਿ ਖਿੱਚਿਆ ਜਾ ਸਕਦਾ ਹੈ। ਇੱਕ ਸ਼ਾਂਤ ਰੇਖਾ ਨੂੰ ਡੈਸ਼ ਰੂਪ ਨਾਲ ਵਧਾਇਆ ਜਾ ਸਕਦਾ ਹੈ, ਠੀਕ ਹੈ। ਦੇਖੋ ਇਹ ਟਰਮੀਨੇਟ ਲਾਈਨ ਕੈਨ ਬੀ ਪ੍ਰੋਡਿਊਸਡ, ਠੀਕ ਹੈ। ਟਰਮੀਨੇਟ ਲਾਈਨ ਕੀ ਹੁੰਦੀ, ਜਿਹੜੀ ਲਾਈਨ ਸਾਡੇ ਕੋਲ ਖਤਮ ਹੁੰਦੀ ਹੈ, ਜਿਸ ਨੂੰ ਅਸੀਂ ਟਰਮੀਨੇਟ ਦਾ ਮਤਲਬ ਕਿ ਖਤਮ ਹੋ ਗਿਆ, ਪਰ ਇਸ ਦੇ ਵਿੱਚ ਕੀ ਸਾਡੇ ਕੋਲ ਇੱਕ ਸ਼ਾਂਤ ਰੇਖਾ ਉਹ ਹੋਵੇਗੀ ਜਿਸ ਨੂੰ ਅਨਿਸ਼ਚਿਤ ਰੂਪ ਦੇ ਨਾਲ ਇੰਡੈਫੀਨੇਟ ਦੇ ਨਾਲ ਜਿਹੜਾ ਕਿ ਵਧਾਇਆ ਜਾ ਸਕਦਾ ਹੈ, ਅਨਿਸ਼ਚਿਤ। A terminate line can be produced indefinitely। ਦੋ ਵੱਖ-ਵੱਖ ਕਾਟਵੀਆਂ ਰੇਖਾਵਾਂ ਇੱਕ ਹੀ ਰੇਖਾ ਦੇ ਸਮਾਂਤਰ ਨਹੀਂ ਹੋ ਸਕਦੀਆਂ, ਸਹੀ ਜਾਂ ਗਲਤ, true or false। Two distinct intersecting lines cannot be parallel to same lines। ਦੇਖੋ ਦੋ ਲਾਈਨਸ ਜਿਹੜੀਆਂ ਨੇ ਸਾਡੇ ਕੋਲ, ਇੱਕ ਲਾਈਨ ਇਹ ਬਣ ਗਈ, ਇੱਕ ਲਾਈਨ ਇਹ ਬਣ ਗਈ, ਦੋਵੇਂ ਇੱਕ ਦੂਸਰੇ ਨੂੰ ਕੱਟ ਗਈਆਂ ਨਾ।
ਹੁਣ ਕਿਹਾ ਕੀ ਹੈ, ਦੋ ਵੱਖ-ਵੱਖ ਕਾਟਵੀਆਂ ਰੇਖਾਵਾਂ, ਇੱਕ ਐਲ ਹੋ ਗਈ ਦੂਸਰੀ ਐਮ ਹੋ ਗਈ, ਵੱਖ-ਵੱਖ ਹੋ ਗਈਆਂ ਨਾ, ਇੱਕ ਹੀ ਰੇਖਾ ਦੇ ਸਮਾਂਤਰ ਨਹੀਂ ਹੋ ਸਕਦੀਆਂ। ਦੇਖੋ ਹੁਣ ਜੇ ਮੈਂ ਇਸ ਦੇ ਸਮਾਂਤਰ ਇੱਕ ਰੇਖਾ ਬਣਾਉਂਦਾ ਹਾਂ, ਮੈਂ ਇਸ ਦੇ ਸਮਾਂਤਰ ਇੱਕ ਆਹ ਰੇਖਾ ਬਣਾਤੀ ਜਿਹੜੀ ਮੇਰੇ ਕੋਲ ਹੈ P, ਠੀਕ ਹੈ। ਫਿਰ ਇੱਕ ਰੇਖਾ ਇਸ ਦੇ ਸਮਾਂਤਰ ਉੱਪਰ ਬਣਾਤੀ ਜੋ ਹੈ ਮੇਰੇ ਕੋਲ Q। ਹੁਣ ਦੇਖੋ ਇਹ ਜਿਹੜੀ ਸਮਾਂਤਰ ਰੇਖਾ ਬਣਾ ਰਿਹਾ, ਉਹ ਜਿਹੜੀ M ਰੇਖਾ ਸੀ ਸਾਡੇ ਕੋਲ ਪਹਿਲੀ ਸੀਗੀ ਰੇਖਾ, ਉਸ ਦੇ ਸਮਾਂਤਰ ਬਣ ਰਹੀ ਹੈ, L ਦੇ ਸਮਾਂਤਰ ਨਹੀਂ ਬਣ ਰਹੀ। ਇਸ ਲਈ ਦੋ ਵੱਖ-ਵੱਖ ਕਾਟਵੀਆਂ ਰੇਖਾਵਾਂ ਇੱਕ ਹੀ ਰੇਖਾ ਦੇ ਸਮਾਂਤਰ ਨਹੀਂ ਹੋ ਸਕਦੀਆਂ। ਇਹ ਕੀ ਹੋ ਗਿਆ ਸਾਡੇ ਕੋਲ ਟਰੂ ਜਿਹੜਾ ਕਿ ਹੋ ਜਾਂਦਾ ਹੈ। ਸੋ ਇਹ ਸੀ ਸਾਡੇ ਕੋਲ ਸਾਡੀ ਵਰਕਸ਼ੀਟ 5th, ਜਿਹੜੀ ਸਾਡੇ ਜੁਲਾਈ ਟੈਸਟ ਦੇ ਵਿੱਚ ਬਹੁਤ ਹੀ ਹੈਲਪਫੁਲ ਸਿੱਧ ਜਿਹੜੀ ਕਿ ਹੋ ਸਕਦੀ ਹੈ। ਸੋ ਇਸ ਦੇ ਵਿੱਚ ਇਸ ਦੇ ਹੋਰ ਵੀ ਟੌਪਿਕਸ ਹਨ ਜਿਹੜਾ ਤੇ ਇਸ ਵੀਡੀਓਜ਼ ਬਣ ਚੁੱਕੀ ਹੈ, ਉਸ ਦਾ ਲਿੰਕ ਜਿਹੜਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜਾਵੇਗਾ। ਸੋ ਥੈਂਕ ਯੂ।